सतनाम श्री वाहिगुरु साहिब जीओ। दोहरा नष्ट अदृष्ट ज्ञान बिन, ज्ञान न बिन बैराग। तां ते भव निर्वेद प्रद, यां ते भव दुख त्याग। नष्ट अदृष्ट ज्ञान बिन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਕਿਰਪਾ ਨਾਲ ਆਪਾਂ ਚੌਥਾ ਅਧਿਆਇ ਪ੍ਰਾਰੰਭ ਕੀਤਾ ਸੀ। 6 ਛੰਦ ਕਰ ਚੁੱਕੇ ਹਾਂ, 7ਵਾਂ ਛੰਦ ਪੜਾਂਗੇ। ਆ ਵਿਚਾਰ ਕਰੀਏ। ਅੱਖਰੀ ਅੱਖਰੀ ਅਰਥ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿੰਨੀ ਕੁ ਮਹਾਰਾਜ ਸਮਝ ਪਾ ਰਹੇ। ਦੋਹਰਾ ਨਸ਼ਟ ਅਦ੍ਰਿਸ਼ਟ ਗਿਆਨ ਬਿਨ। ਅਦ੍ਰਿਸ਼ਟ ਕਹੀਦਾ ਵਾ ਕਰਮਾਂ ਨੂੰ, ਤੇ ਅਦ੍ਰਿਸ਼ਟ ਦਾ ਨਾਮ ਵੀ ਕਰਮਾਂ ਦਾ ਹੈ। ਜੋ ਦ੍ਰਿਸ਼ਟੀ ਤੋਂ ਰਹਿਤ ਆ ਉਹ ਕਰਮ। ਇਸ ਤਰ੍ਹਾਂ ਜੋ ਭਾਵ ਦਿਖਦੇ ਨਹੀਂ ਆ, ਕਰੀਦੇ ਆ, ਇਸ ਤਰ੍ਹਾਂ ਨਸ਼ਟ ਅਦ੍ਰਿਸ਼ਟ ਗਿਆਨ ਬਿਨ। ਗਿਆਨ ਤੋਂ ਬਿਨਾਂ ਅਦ੍ਰਿਸ਼ਟ ਜਿਹੜੇ ਕਰਮ ਆ ਉਹ ਨਸ਼ਟ ਨਹੀਂ ਹੁੰਦੇ। ਗਿਆਨ ਨਾ ਬਿਨ ਵੈਰਾਗ, ਅਤੇ ਵੈਰਾਗ ਤੋਂ ਬਿਨਾਂ ਗਿਆਨ ਨਹੀਂ ਹੁੰਦਾ ਹੈ। ਇਸ ਲਈ ਤਾਂ ਤੇ ਭਾਵ ਨਿਰਵੇਦ ਅਪਰਾਧ। ਤਾਂ ਤੇ ਕੀ ਇਸ ਵਾਸਤੇ ਜਾਂ ਇਸ ਲਈ, ਜਾਂ ਤੇ ਦਾ ਕਰਕੇ, ਤਾਂ ਤੇ ਕੀ ਇਸ ਕਰਕੇ ਭਾਵ ਕਹੀਏ ਸ਼ਿਵ ਜੀ, ਕਿਉਂਕਿ ਭਾਵ ਨਾਮ ਵੀ ਸ਼ਿਵ ਜੀ ਦਾ ਇੱਕ ਨਾਮ ਹੈ ਭਾਵ। ਤਾਂ ਇਸ ਕਰਕੇ ਜਾਂ ਇਸ ਲਈ ਭਾਵ ਕਹੀਏ ਇਹ ਸ਼ਿਵ ਜੀ ਨਿਰਵੇਦ ਨਾਮ ਵੈਰਾਗ ਦਾ। ਹਾਂ, ਤੇ ਜਾਂ ਨਿਰਵੇਦ ਅਰਥ ਹੁੰਦਾ ਗਿਆਨ ਹੀ ਹੁੰਦਾ, ਜਾਂ ਵੈਰਾਗ ਭਾਵ ਗਿਆਨ ਅਪਰਾਧ ਕਹੀਏ ਵਿਸ਼ੇਸ਼ ਕਰਕੇ ਦਾ ਕਹੀਏ, ਵਿਸ਼ੇਸ਼ ਕਰਕੇ ਦਾ ਕਹੀਏ ਜੋ ਦਾਤੇ ਹੋ। ਨਿਰਵੇਦ ਕਹੀਏ ਵੈਰਾਗ ਦੇ ਗਿਆਨ ਦੇ, ਉਸ ਨਿਰਵੇਦ ਵੈਰਾਗ ਨੂੰ ਦਿਓ ਜੀ। ਜਾਂ ਤੇ ਭਾਵ ਦੁੱਖ ਤਿਆਗ। ਜਾਂ ਤੇ ਕਹੀਏ ਜਿਸ ਕਰਕੇ ਭਾਵ ਜੋ ਸੰਸਾਰ ਦੇ ਦੁੱਖ ਆ ਉਹਨਾਂ ਦੁੱਖਾਂ ਦਾ ਤਿਆਗ ਹੋ ਜਾਵੇ। ਅਪਰਾਧ ਨਾ ਪਾਰ ਹੁੰਦਾ ਵਿਸ਼ੇਸ਼ ਦਾ ਨਾਮ ਦਾ ਦੇਣ ਦਾ। ਵਿਸ਼ੇਸ਼ ਕਰਕੇ ਦੇਣਾ ਕਰੋ ਜੀ, ਜਾਂ ਵਿਸ਼ੇਸ਼ ਕਰਕੇ ਦਿਓ ਜੀ। ਜਾਂ ਨਿਰਵੇਦ ਦਾ ਅਰਥ ਵੈਰਾਗ ਜਾਂ ਗਿਆਨ, ਤੇ ਅਪਰਾਧ ਦਾ ਅਰਥ ਦੇਹੋ। ਇਸ ਕਰਕੇ ਵੀ ਭਾਵ ਇਹ ਸ਼ਿਵ ਜੀ ਨਿਰਵੇਦ ਵੈਰਾਗ ਜਾਂ ਗਿਆਨ, ਅਪਰਾਧ ਕਹੀਏ ਦੇਹੋ। ਜਾਂ ਤੇ ਭਾਵ ਦੁੱਖ ਤਿਆਗ, ਜਿਸ ਕਰਕੇ ਸੰਸਾਰ ਦੇ ਦੁੱਖ ਦਾ ਤਿਆਗ ਹੋ ਜਾਵੇ। ਸਵਈਆ ਪੁੰਨ ਬਨੇ ਬਸ ਕੌਣ ਦਿਨੇ, ਪੁੰਨ ਬਨੇ ਬਸ ਕੌਣ ਦਿਨੇ। ਪੁੰਨ ਅਰਥ ਪਵਿੱਤਰ ਜੋ ਬਣੇ ਕਹੀਏ ਜੰਗਲ ਆ, ਉਹ ਜੰਗਲ ਵਿੱਚ ਬਸ ਕਹੀਏ ਵਸ ਕਰਕੇ। ਕੌਣ ਦਿਨੇ, ਕੌਣ ਕਿਹੜੇ ਦਿਨ, ਭਾਵ ਕਿਸ ਦਿਨ। ਭਾਨੂੰ ਕਹੀਏ ਕਹਾਂਗਾ। ਭੋ ਦਾ ਅਰਥ ਹੈ, ਸ਼ੇ ਦਾ ਅਰਥ ਸ਼ਿਵ ਜੀ। ਹੇ ਸ਼ਿਵ ਜੀ। ਸੰਭ ਹੇ ਸ਼ੰਭੂ, ਹੇ ਜਟੀ ਜਟਾਧਾਰੀ, ਹੇ ਸਮਰਾਰੀ ਸਮਰ ਦੈਂਤ ਨੂੰ ਮਾਰਨ ਵਾਲੇ ਸ਼ਿਵ ਜੀ। ਹੇ ਸ਼ਿਵ ਜੀ ਸ਼ੰਭੂ ਜਟਾਧਾਰੀ ਸਮਰ ਦੈਂਤ ਨੂੰ ਮਾਰਨ ਵਾਲੇ। ਆਪ ਜੀ ਦੇ ਇੰਨੇ ਨਾਮ ਆ। ਇਹ ਜਿਹੜੇ ਇੰਨੇ ਨਾਮ ਆ ਕਹਿੰਦੇ ਆ ਉਹ ਪਵਿੱਤਰ ਬਣੇ, ਪੁੰਨ ਬਣੇ ਭਾਵ ਪਵਿੱਤਰ ਬਣੇ ਜੰਗਲ ਦੇ ਵਿੱਚ ਵਸ ਕਰਕੇ। ਕੌਣ ਦਿਨ, ਕਿਸ ਦਿਨ ਮੈਂ ਤੁਹਾਨੂੰ ਕਹੀਏ ਕਹਾਂਗਾ, ਆਖਾਂਗਾ, ਉਚਾਰਨ ਕਰਾਂਗਾ। ਨਾਗਨ ਮੋਤਨ ਹਾਰਨ ਮੋਤ। ਨਾਗਨ ਨਾਗਰ ਜੋ ਸੱਪ ਆ, ਸੱਪਾਂ ਦੇ ਜਿਹੜੇ ਸੱਪਾਂ ਤੇ ਮੋਤਨ ਹਾਰਨ, ਸੱਪਾਂ ਤੇ ਮੋਤੀਆਂ ਦੇ ਹਾਰਾਂ ਵਿੱਚ ਉਦ ਕਹੀਏ ਉਧਰ। ਸਤਰ ਬਲੀ ਸੋ ਸਮਿੱਤਰ ਮੰਝਾਰੀ। ਜੋ ਸਤਰ ਸ਼ਤਰੂ ਦੁਸ਼ਮਣ ਆ, ਬਲੀ ਬਲਵਾਨ ਆ, ਤੇ ਉਹ ਸਮਿੱਤਰ
ਸੁਮਿੱਤਰ ਪਾਠ ਆ। ਸ੍ਰੇਸ਼ਟ ਜਿਹੜੇ ਮਿੱਤਰ ਆ ਵਿੱਚ ਮੰਝਾਰਿਕੇ ਵਿੱਚ ਮਾਹਿ ਮਨੀ ਮ੍ਰਿਤ ਪਿੰਡ ਵਿਖੈ। ਉਹ ਸ੍ਰੇਸ਼ਟ ਮਿੱਤਰਾਂ ਵਿੱਚ ਮਾਹੇ ਦਾ ਅਰਥ ਲਾਉਣਾ ਵਾ ਜਿਹੜੀਆਂ ਸੁੱਚੀਆਂ ਮਾਣ ਕੇ ਮਣੀਆਂ ਆ। ਮਣੀਆਂ ਮ੍ਰਿਤ ਕਹੀਏ ਮਿੱਟੀ, ਮਿੱਟੀ ਦੇ ਪਿੰਡ ਕਹੀਏ ਗੋਲੇ, ਮਿੱਟੀ ਦੇ ਗੋਲੇ ਦੇ ਵਿਖੇ ਕਹੀਏ ਵਿੱਚ। ਮਦ ਫੂਲੋਂ ਕੇ ਸਾਥਰ ਪਾਥਰ ਭਾਰੀ, ਅਤੇ ਫੂਲੋਂ ਕੇ ਸਾਥਰ ਫੁੱਲਾਂ ਦੇ ਜਿਹੜੀਆਂ ਸੱਥਰ ਆ ਸੇਜਾਂ ਵਾ, ਤੇ ਉਹ ਸੇਜਾਂ ਤੇ ਪਾਥਰ ਭਾਰੀ ਜਿਹੜੇ ਭਾਰੀ ਪੱਥਰ ਆ, ਪੱਥਰ ਦੀਆਂ ਭਾਰੀਆਂ ਸਾਥਰ ਕੇ ਸੇਜਾਂ ਦੇ ਵਿੱਚ ਅਰਥ ਵਾਸਤੇ। ਸਾਥਰ ਪਾਥਰ ਇੱਕ ਫੂਲੋਂ ਕੇ ਸਾਥ ਨਾ ਫੁੱਲਾਂ ਦੀਆਂ ਸਾਥਰਾਂ ਭਾਵ ਸੇਜਾਂ, ਤੇ ਪਾਥਰ ਭਾਰੇ ਪੱਥਰ ਦੀਆਂ ਸਾਥਰ ਕੀ ਸੇਜਾਂ। ਵਣ ਤ੍ਰਿਣ ਵਿੱਚ ਤ੍ਰਿਆਣ ਵਿਖੇ, ਵਣ ਤ੍ਰਿਣ ਵਿੱਚ ਤ੍ਰਿਆਣ ਵਿਖੇ। ਵਣ ਤੇ ਤ੍ਰਿਣ ਭਾਵ ਕੱਖਾਂ ਦੇ ਵਿੱਚ, ਘਾਸ ਫੂਸ ਵਿੱਚ। ਵਣ ਤ੍ਰਿਣ ਭਾਵ ਘਾਸ ਫੂਸ ਤੇ ਤ੍ਰਿਆਣ ਘਾਸ ਫੂਸ ਦੇ ਬੀਜ ਗਏ ਵਿੱਚ, ਤੇ ਤ੍ਰਿਆਣ ਵਿਖੇ ਭਾਵ ਇਸਤਰੀਆਂ ਭਾਵ ਬਹੁਵਾਚਕ ਇਸਤਰੀਆਂ ਦੇ ਵਿਖੇ ਗਏ ਵਿੱਚ। ਇਤਿਆਦਿਕ ਸਭ ਮੈਂ ਸਮ ਹੋਇਆ ਕਬ ਦ੍ਰਿਸ਼ਟ ਹਮਾਰੀ, ਸਭ ਮੈਂ ਕਹੀਏ ਸਭਨਾਂ ਦੇ ਵਿੱਚ। ਸਮ ਜਿਹੜੀ ਸਮਾਨ ਦ੍ਰਿਸ਼ਟੀ ਆ ਹਮਾਰੀ ਮੇਰੀ ਆ, ਉਹ ਕਬ ਕੋਈ ਕਦੋਂ ਹੋਇਆ ਕੋਈ ਹੋਵੇਗੀ। ਪਵਿੱਤਰ ਭਾਵ ਇਹ ਕਹਿਣਾ ਚਾਹ ਰਹੇ ਆ ਵੀ ਪਵਿੱਤਰ ਜੰਗਲ ਦੇ ਵਿੱਚ ਵਾਸ ਕਰਕੇ ਕੌਣ ਦੇਣੇ, ਕਿਹੜੇ ਦੇਣੇ ਹੈ, ਕਿਸ ਦਿਨ। ਕਹਿੰਦੇ ਭਨਾਗਾ ਉਚਾਰਨ ਕਰਾਂਗਾ। ਉਹ ਹੇ ਸ਼ਿਵ ਜੀ ਆਪ ਜੀ ਦੇ ਜਿਹੜੇ ਨਾਮ ਆ ਸ਼ੰਭੂ, ਜਟੀ, ਸਮਰਾਰੀ ਇਤਿਆਦਿਕ। ਨਾਗਨ ਮੋਤਨ ਹਾਰਾਂ ਨੂੰ, ਫਿਰ ਨਾਗਾਂ ਦੇ ਤੇ ਮੋਤਨ ਮੋਤੀਆਂ ਦੇ ਹਾਰਾਂ ਦੇ ਵਿੱਚ, ਤੇ ਉਧਰ ਜਿਹੜੇ ਸਤਰੂ ਬਲੀ ਬਲਵਾਨ ਦੁਸ਼ਟ ਤੇ ਸ੍ਰੇਸ਼ਟ ਮਿੱਤਰ ਆ, ਉਹਨਾਂ ਸ੍ਰੇਸ਼ਟ ਮਿੱਤਰਾਂ ਦੇ ਵਿੱਚ ਸੁਮਿੱਤਰ ਮੰਝਾਰੀ ਪਾਠ ਏਦਾਂ ਹੀ ਆ। ਬਲੀ ਸੋ ਸੁਮਿੱਤਰ ਮੰਝਾਰੀ, ਸੁਮਿੱਤਰ ਸ੍ਰੇਸ਼ਟ ਮਿੱਤਰਾਂ ਦੇ ਵਿੱਚ। ਹਾਂਜੀ। ਤੇ ਮਾਹੇ ਮਣੀ, ਮਾਹੇ ਦਾ ਅਰਥ ਹੁੰਦਾ ਵਾ ਇੱਥੇ, ਮਾਹੇ ਦਾ ਅਰਥ ਸੁੱਚਾ ਕੀਤਾ ਵਾ ਵਿਦਵਾਨਾਂ ਨੇ। ਸੁੱਚੀਆਂ ਜਿਹੜੀਆਂ ਮਣੀਆਂ ਆ, ਜਾਂ ਮਾਹੇ ਦਾ ਅਰਥ ਸੁੰਦਰ ਮਣੀ। ਠੀਕ ਆ ਜੀ, ਸੁੰਦਰ ਮਣੀਆਂ ਜਾਂ ਸੁੱਚੀਆਂ ਮਣੀਆਂ ਦੇ ਵਿੱਚ। ਤੇ ਇਸੇ ਤਰ੍ਹਾਂ ਮ੍ਰਿਤ ਪਿੰਡ ਵਿਖੇ ਮਿੱਟੀ ਦੇ ਗੋਲਿਆਂ ਦੇ ਵਿੱਚ। ਪਿੰਡਾ ਪਰ ਨਾਮ ਗੋਲੇ ਦਾ, ਮਿੱਟੀ ਦਾ ਜੋ ਗੋਲਾ ਉਹਦੇ ਵਿੱਚ। ਤੇ ਅਵਾਨ ਤ੍ਰਿਣ ਬੀਜ ਤ੍ਰਿਆਣ ਵਿਖੇ ਘਾਸ ਫੂਸ ਦੇ ਵਿੱਚ ਤੇ ਇਸਤਰੀਆਂ ਵਿੱਚ। ਸਭ ਮੈਂ ਸਮ ਹੈ ਕਬ ਦ੍ਰਿਸ਼ਟ ਮਾਰੀ, ਸਾਰਿਆਂ ਵਿੱਚ ਕਦੋਂ ਮੇਰੀ ਦ੍ਰਿਸ਼ਟੀ ਇੱਕ ਸਮਾਨ ਹੋਊਗੀ। ਭਾਵ ਸੱਪਾਂ ਨੂੰ, ਮੋਤੀਆਂ ਨੂੰ, ਬਲੀਆਂ ਸੂਰਮਿਆਂ ਨੂੰ ਮਿੱਤਰਾਂ ਦੇ ਵਿੱਚ। ਮਿੱਟੀ ਆ ਵੀ ਸੁੱਚੀਆਂ ਮਣੀਆਂ ਆ ਫੁੱਲ ਆ ਪੱਥਰ ਆ ਘਾਸ ਫੂਸ ਆ ਇਸਤਰੀਆਂ। ਇਹਨਾਂ ਨੂੰ ਮੈਂ ਬਰਾਬਰ ਦ੍ਰਿਸ਼ਟੀ ਨਾਲ ਕਦੋਂ ਵੇਖਾਂਗਾ, ਬ੍ਰਹਮ ਗਿਆਨ ਦੀ ਦ੍ਰਿਸ਼ਟੀ ਮੇਰੀ ਕਦੋਂ ਹੋਵੇਗੀ। ਕਬਿਤ ਗੰਗਾ ਤੀਰ ਪਰ ਉਤ ਹੇਮਗਿਰ ਸਿਲਾ ਪਰ। ਕਬਿਤ ਵਿੱਚ ਕਹਿੰਦੇ ਉਚਾਰਨ ਕਰ ਰਹੇ ਹੈ ਗੰਗਾ ਨਦੀ ਦੇ ਕੰਢੇ ਉੱਤੇ, ਗੰਗਾ ਤੀਰ ਪਾਰ, ਫਿਰ ਭਾਵ ਗੰਗਾ ਨਦੀ ਦੇ ਉੱਤੇ। ਗੰਗਾ ਨਦੀ ਦਾ ਜੋ ਤੀਰ ਕਿਨਾਰਾ ਉਸ ਪਾਰ ਉੱਪਰ ਜਾਂ ਉੱਤੇ। ਹਿਮਗਿਰ ਸਿਲਾ ਪਰ, ਤੇ ਹਿਮ ਨਾਮ ਹਿਮਾਲੇ ਦਾ ਆ, ਤੇ ਗਿਰ ਨਾਮ ਪਹਾੜ ਦਾ। ਹਿਮਾਲੇ ਪਹਾੜ ਦੀ ਜਿਹੜੀ ਸਿਲਾ, ਉਹ ਸਿਲਾ ਦੇ ਪਾਰ ਕਈ ਉੱਤੇ। ਬਾਂਧੇ ਪਦਮ ਆਸਨ ਕੋ ਮਨ ਇੰਦਰਜੀਤ ਕੇ, ਤੇ ਪਦਮ ਆਸਨ ਨੂੰ ਬਾਂਧੇ ਕਹੀਏ ਐ ਲਗਾ ਕੇ, ਬੰਨ ਕੇ ਪਦਮ ਆਸਨ ਲਗਾ ਕੇ ਬੰਨ ਕੇ, ਅਤੇ ਮਨ ਇੰਦਰੇ ਜੀਤ ਕੇ, ਮਨ ਤੇ ਇੰਦਰੀਆਂ ਨੂੰ ਜਿੱਤ ਕੇ ਕਾਬੂ ਕਰਕੇ। ਬ੍ਰਹਮ ਕੇ ਧਿਆਨ ਕੀ ਅਪਾਖਾ ਵਿਦ ਸੋ ਨਿਵਾਸ। ਬ੍ਰਹਮ ਗਿਆਨ ਕਰਨ ਦੀ ਜੋ ਵਿਧੀ ਆ,
ਬ੍ਰਹਮ ਧਿਆਨ, ਬ੍ਰਹਮ ਕੇ ਧਿਆਨ, ਬ੍ਰਹਮ ਪਰਮੇਸ਼ਰ ਦੇ ਧਿਆਨ ਕਰਨ ਦੀ ਜਿਹੜੀ ਵਿਧੀ ਆ, ਹਾਂਜੀ, ਸੋ ਨਿਵਾਸ, ਤੇ ਉਸ ਦੇ ਵਿੱਚ ਨਿਵਾਸ ਕਰਾਂਗਾ। ਅਪਾਖਾ ਨਾਮ ਤਾਂ ਨਿਰਵਿਕਲਪ ਸਮਾਧੀ। ਰੱਬ ਬ੍ਰਹਮ ਧਿਆਨ ਕਰਨ ਦੀ ਜੋ ਅਪਾਖਾ ਕਹੀ, ਜਿੱਥੇ ਕੁਝ ਨਹੀਂ ਭਖਿਆ ਜਾਂਦਾ, ਕੁਝ ਕਿਹਾ ਨਹੀਂ ਜਾਂਦਾ, ਉਹ ਨਿਰਵਿਕਲਪ ਸਮਾਧੀ, ਜਿੱਥੇ ਕੋਈ ਸੰਕਲਪ ਨਹੀਂ। ਬ੍ਰਹਮ ਗਿਆਨ ਦੇ ਧਿਆਨ ਕਰਨ ਦੀ ਜਿਹੜੀ ਨਿਰਵਿਕਲਪ ਸਮਾਧੀ ਦੀ ਵਿਧੀ ਆ, ਉਸ ਵਿਧੀ ਦੇ ਵਿੱਚ ਸੌਂ ਕਈ ਵਿਧੀ ਦੇ ਨਾਲ ਨਿਵਾਸ, ਨਿਵਾਸ ਜਿਹੜਾ ਜੋਗ ਨਿੰਦਾ ਮਾਹੇ ਕਰੋ ਹਰੋ ਤਾਪ ਚੀਤ ਕੇ, ਤੇ ਵਿਧੀ ਉਹ ਨਿਰਵਿਕਲਪ ਸਮਾਧੀ ਦੇ ਵਿੱਚ ਵਿਧੀ ਦੇ ਨਾਲ ਨਿਵਾਸ ਕਰਾਂ, ਤੇ ਯੋਗ ਨਿੰਦਰਾ ਦੇ ਵਿੱਚ ਯੋਗ ਨਿੰਦਰਾ ਵਿੱਚ ਨਿਵਾਸ ਕਰੋਗੇ ਕਰਾਂ, ਹਰੋ ਤਾਪ ਚੀਤ ਕੇ, ਅਤੇ ਜਿਹੜੇ ਚਿੱਤ ਦੇ ਤਾਪ ਆ ਉਹ ਹਰੋਂ ਕਹੀਏ ਨਾਸ ਕਰ ਲਵਾਂ। ਐਸੀ ਨਿਰਵਿਕਲਪ ਸਮਾਧੀ ਦੀ ਅਵਸਥਾ ਵਿੱਚ ਕਿ ਉਹ ਜਿਹੜੇ ਦਿਨ ਮੇਰੇ ਤੋਂ ਕਦੋਂ ਆਉਣਗੇ, ਇਹ ਕਹਿਣ ਦਾ ਯਤਨ ਇੱਥੇ ਜਿਹੜਾ ਕਰ ਰਹੇ ਆ, ਮਤਲਬ ਇਹ ਕਹਿਣਾ ਚਾਹ ਰਹੇ ਆ ਕਿ ਮਹਾਰਾਜ ਸ਼ਿਵ ਜੀ ਜਾਂ ਇਹ ਪਰਮੇਸ਼ਰ ਜੀ, ਬ੍ਰਹਮ ਦੇ ਜਿਹੜਾ ਧਿਆਨ ਕਰਨ ਦੀ ਅਪਾਖਾ ਆ, ਨਾ ਭਖਣ ਵਾਲੀ ਨਿਰਵਿਕਲਪ ਸਮਾਧੀ ਹੈ। ਕਈ ਥਾਵਾਂ ਜਿੱਥੇ ਪਾਠ ਅਭਿਆਸ ਲਿਖਿਆ, ਅਭਿਆਸ ਵਿਧੀ, ਧਿਆਨ ਦੀ ਜਿਹੜੀ ਅਭਿਆਸ ਵਿਧੀ ਪਾ ਨਿਰਵਿਕਲਪ ਸਮਾਧੀ ਹੈ, ਤੇ ਜਾਂ ਅਪਾਖਾ ਵੀ, ਜਿੱਥੇ ਕੁਝ ਭਾਖਾ ਕਹੀਏ ਬੋਲਿਆ ਨਹੀਂ ਜਾਂਦਾ, ਉਹ ਨਿਰਵਿਕਲਪ ਸਮਾਧੀ ਤੇ ਕੋਈ ਸੰਕਲਪ ਨਹੀਂ ਹੁੰਦਾ। ਤੇ ਅਭਿਆਸ ਪਾਠ ਵੀ ਬ੍ਰਹਮ ਕੇ ਧਿਆਨ ਕੀ ਅਪਾਖਾ ਵੇਦ ਸੋ ਨਿਵਾਸ, ਤੇ ਬ੍ਰਹਮ ਕੇ ਧਿਆਨ ਕੀ ਅਭਿਆਸ ਵੇਦ ਸੋ ਨਿਵਾਸ, ਇਹਦਾ ਪਾਠ। ਤੇ ਬ੍ਰਹਮ ਦੇ ਧਿਆਨ ਕਰਨ ਜਿਹੜੀ ਅਭਿਆਸ ਵਿਧੀ ਆ, ਉਸ ਦੇ ਨਾਲ ਨਿਵਾਸ ਯੋਗ ਨਿੰਦਰਾ ਮੈਂ ਕਰੋ, ਯੋਗ ਨਿੰਦਰਾ ਵਿੱਚ ਕਰਾਂਗਾ, ਹਰੋਂ ਤਾਪ ਚੀਤ ਕੇ, ਤੇ ਪਾਪ ਦੇ ਚਿੱਤ ਦੇ ਤਾਪ ਚੀ ਹਰੋਂ ਨਾਸ ਕਰਾਂਗਾ। ਉਹ ਦਿਨ ਕਦੋਂ ਆਉਣਗੇ। ਜਠਰੋ ਕਰੰਗ ਕਰੇ ਸ੍ਰਿੰਗੋ ਸੰਗ ਕੰਡੂ ਮੋਹੇ। ਹੋਰ ਅੱਗੇ ਇਹ ਗੱਲ ਨੂੰ ਖੋਲ ਰਹੇ। ਜਠਰ ਨਾਮ ਬੁੱਢੇ ਦਾ ਹੁੰਦਾ, ਤੇ ਕੁਰੰਗ ਨਾਮ ਹਿਰਨ ਦਾ। ਭਾਵ ਬੁੱਢੇ ਹਰਨ, ਭਾਵ ਇਹੋ ਜਿਹੀ ਯੋਗ ਨਿੰਦਰਾ ਵਿੱਚ ਮੈਂ ਨਿਵਾਸ ਕਰਾਂ ਜਿੱਥੇ ਮੇਰੀ ਕੋਈ ਇਹੋ ਜਿਹੀ ਸਮਾਧੀ ਲੱਗ ਜੇ। ਜਿਹੜੇ ਜਠਰ ਬੁੱਢੇ ਕੁਰੰਗ ਆ, ਹਿਰਨ ਆ, ਉਹ ਕਰਨ ਕੀ ਸਰੰਗੋਂ ਸੰਗ, ਸਰੰਗੋਂ ਕਈ ਸਿੰਘਾਂ ਦੇ ਨਾਲ, ਕੰਡੂ ਮੋਹੇ, ਕੰਡੂ ਭਾਵ ਖੁਰਕ, ਮੋਹੇ ਕਹੀ ਮੈਨੂੰ, ਭਾਵ ਬੁੱਢੇ ਹਰਨ ਆ ਕੇ ਆਪਣੇ ਸਿੰਘਾਂ ਨਾਲ ਮੈਨੂੰ ਖੁਰਕ ਕਰਨ। ਸੁੱਖ ਸੋ ਅਭੀਤ ਮੁਕ ਜਾਣੇ ਸਮ ਭੀਤ ਕੇ, ਬੜੇ ਸੁੱਖ ਕੇ ਸੁੱਖ ਨਾਲ ਖੁਰਕ ਕਰਨ, ਸੁੱਖ ਨਾਲ ਅਭੀਤ ਕਹੀਏ ਡਰ ਤੋਂ ਰਹਿਤ ਹੋ ਕੇ, ਤੇ ਮੋਹ ਕੋ ਜਾਣੇ ਸਮ ਭੀਤ ਕੇ, ਮੋਹ ਕੋ ਕਹੀਏ ਮੈਨੂੰ ਜਾਣੇ ਕੇ ਜਾਣਨ, ਕਿੱਦਾਂ ਮੈਨੂੰ ਜਾਣੇ, ਮੋਹ ਕੋ ਜਾਣੇ ਭਾਵ ਮੈਨੂੰ ਜਾਣ ਕੇ ਕਿੱਦਾਂ, ਸਮ ਭੀਤ ਕੇ, ਕੰਧ ਦੇ ਸਮਾਨ ਜਾਣ ਕੇ, ਭੀਤ ਨਾਮ ਕੰਧ ਆ, ਕੰਧ ਦੇ ਸਮਾਨ ਜਾਣ ਕੇ, ਇਹ ਕੰਧ ਹੀ ਹੈ ਸ਼ਾਇਦ, ਇਹੋ ਜਿਹੀ ਸਮਾਧੀ ਮੇਰੀ ਯੋਗ ਨਿੰਦਰਾ ਵਿੱਚ ਲੱਗੇ, ਮੈਨੂੰ ਪਤਾ ਹੀ ਨਾ ਲੱਗੇ। ਤੇ ਬੁੱਢੇ ਹਰਨ ਆ ਕੇ ਸਿੰਘਾਂ ਦੇ ਨਾਲ ਆਪਣੀ ਖੁਰਕ ਕਰਨ, ਆਪਣੇ ਸਿੰਘਾਂ ਦੇ ਨਾਲ ਆਪਣੇ ਆਪ ਨੂੰ, ਤੇ ਮੈਨੂੰ ਜਾਣ ਵੀ ਸਮਝ ਲਓ ਵੀ ਕੰਧ ਨਾਲ ਹੀ ਅਸੀਂ ਜਿਹੜੇ ਆ ਖੁਰਕ ਕਰਦੇ ਹਾਂ। ਇਹੋ ਜਿਹੇ ਭਾਵ ਮੇਰੀ ਸਮਾਧੀ ਲੱਗੇ, ਮੈਂ ਹਿੱਲਾਂ ਹੀ ਨਾ। ਪਾਰਵਤੀ ਨਾਥ ਮੈਂ ਅਨਾਥ ਕੇ ਅਭੀਤ ਵਾਰੇ। ਪਾਰਵਤੀ ਦੇ ਨਾਥ ਭਾਵ ਸ਼ਿਵ ਜੀ, ਪਾਰਵਤੀ ਦੇ ਸਵਾਮੀ ਮਾਲਕ, ਮੈਂ ਨਾਥ ਕੀ ਅਭੀਤ ਵਾਰੇ। ਮੈਂ ਪਾਠ ਤੇ ਮੈਂ ਪਾਠ ਨਹੀਂ ਬਣਦਾ, ਇੱਥੇ ਪਾਠ ਬਣਦਾ ਮੈਂ। ਪਾਰਵਤੀ ਨਾਥ ਮੈਂ ਅਨਾਥ ਕੇ ਅਭੀਤ ਵਾਰੇ। ਉੱਤਮ ਦਿਹਾੜੇ ਕਬ ਆਵੇ ਐਸੀ ਰੀਤ ਕੇ। ਪਾਰਵਤੀ ਦੇ ਨਾਥ ਮਾਲਕ ਭਾਵ ਹੈ ਸੁਆਮੀ ਸ਼ਿਵ ਜੀ, ਮੈਂ ਅਨਾਥ ਕੇ, ਮੈਂ ਅਨਾਥ ਜਿਹੜਾ ਵਾ, ਮੈਂ ਅਨਾਥ ਦੇ ਅਭੀਤ ਕਹੀਏ ਡਰ ਤੋਂ ਰਹਿਤ ਕਰਨ ਵਾਲੇ, ਜੇ ਵਾਰੇ ਕੀ ਵਾਲੇ, ਡਰ ਤੋਂ ਰਹਿਤ ਕਰਨ ਵਾਲੇ ਉੱਤਮ ਦਿਹਾੜੇ, ਉੱਤਮ ਦਿਨ ਆ। ਕਬ ਆਵੇ, ਕਦੋਂ ਆਉਣਗੇ, ਐਸੀ ਰੀਤ ਕੇ, ਐਸੀ ਰੀਤੀ ਦੇ।
ਐਸੀ ਰੀਤੀ ਦੇ ਜਿਹੜੇ ਉੱਤਮ ਦਿਹਾੜੇ ਕਦੋਂ ਮੇਰੇ ਤੇ ਆਉਣਗੇ? ਵੀ ਜਦੋਂ ਮੈਂ ਡਰ ਤੋਂ ਰਹਿਤ ਹੋ ਜਾਵਾਂਗਾ। ਹੇ ਪਾਰਵਤੀ ਦੇ ਨਾਥ ਸ਼ਿਵ ਜੀ, ਮੇਰੇ ਨਾਥ ਅਨਾਥ ਦੇ, ਤੂੰ ਸਭ ਦੇ ਮਾਲਕ, ਮੈਂ ਅਨਾਥ ਦੇ ਵੀ ਤੁਸੀਂ ਮਾਲਕ ਹੋ। ਮੇਰੇ ਇਸ ਨਾਥ ਦੇ ਡਰ ਤੋਂ ਰਹਿਤ ਹੋਣ ਵਾਲੇ ਦਿਨ ਉੱਤਮ ਦਿਹਾੜੇ ਕਦੋਂ ਆਉਣਗੇ? ਜਦੋਂ ਮੈਂ ਡਰ ਤੋਂ ਰਹਿਤ ਹੋ ਜਾਵਾਂਗਾ ਤੇ ਯੋਗ ਨਿੰਦਰਾ ਵਿੱਚ ਤੁਹਾਡੇ ਧਿਆਨ ਦੀ ਨਿਰਵਕਲ ਸਮਾਧੀ ਲਾਵਾਂਗਾ। ਦੋਹਰਾ ਨਿਜ ਵਖਾਣ ਕਰ ਹਰਣ ਕਬ, ਨਿਜ ਵਖਾਣ ਕਰ ਹਰਣ। ਵਖਾਣ ਨਾਮ ਸਿੰਘਾਂ ਦਾ ਹੁੰਦਾ ਜੀ। ਵਖਾਣ ਪਾਠ ਆ, ਵਖਾਣ ਨਾਮ ਸਿੰਘ ਨੂੰ ਕਹਿੰਦੇ ਆ। ਨਿਜ ਗਈ ਆਪਣੇ ਸਿੰਘਾਂ ਨਾਲ ਕਰ ਹਰਨ, ਜਿਹੜੇ ਹਰਨ ਆ ਉਹ ਕਰ ਕੀ ਕਰਨਗੇ? ਕਰ ਸੰਘਰਸ਼ ਹੈ ਮਮਦੇ, ਮੇਰੀ ਦੇਹ ਦੇ ਨਾਲ ਸੰਘਰਸ਼ ਹੈ ਕਰਨਗੇ, ਬਸ ਖੁਰਕ ਕਰਨਗੇ ਆਪਣੇ ਸਿੰਘਾਂ ਨਾਲ। ਜਿਹੜੇ ਆ ਵੀ ਉਹ ਹਰਨ ਕਦੋਂ ਮੇਰੀ ਦੇਹ ਨੂੰ ਖੁਰਕ ਕਰਨਗੇ? ਖਾਰਸ਼ ਕਰਨਗੇ, ਸੰਘਰਸ਼ ਹੈ ਭਾਵ ਖਾਰਸ਼ ਕਰਨਗੇ। ਨਿਜ ਵਖਾਣ ਕਰ ਹਰਨ। ਦੂਜਾ ਪਾਠ ਇੱਥੇ ਪਾਠ ਵਾ ਕਾਵ ਪਾਠ ਆ। ਨਿਜ ਵਖਾਣ ਕਰ ਹਰਨ, ਆਪਣੀ ਸਿੰਘਾਂ ਦੇ ਨਾਲ ਹਰਨ ਕਰਕੇ ਕਰਨਗੇ। ਕਬ ਸੰਘਰਸ਼ ਹੈ ਮਮਦੇ, ਮੇਰੀ ਦੇਹ ਨਾਲ ਕਬ ਕੇ ਕਦੋਂ ਸੰਘਰਸ਼ ਹੈ ਕਰਨਗੇ? ਖੁਰਕ ਕਰਨਗੇ, ਖਾਰਸ਼ ਕਰਨਗੇ, ਕੰਡੂ ਕਰਨਗੇ ਮੈਨੂੰ। ਮੋਹੇ ਖਬਰ ਹੀ ਹਰ ਨਾ ਹੋਵੇ, ਅਤੇ ਮੋਹੇ ਗਏ ਮੈਨੂੰ ਖਬਰ ਹੀ ਨਾ। ਹੇ ਹਰੀ, ਹੇ ਸ਼ਿਵ ਜੀ, ਹਰ ਪਾਠ ਦਾ ਅਰਥ ਸ਼ਿਵ ਜੀ, ਹਰੀ ਸ਼ਿਵ ਜੀ। ਅਤੇ ਮੋਹੇ ਮੈਨੂੰ ਖਬਰ ਹੀ ਨਾ ਹੋਵੇ ਗਈ ਹੋਵੇਗੀ। ਕਬ ਹੋਇਆ ਮਾਮ ਐਸ ਦੇ, ਤੇ ਕਦੋਂ ਹੋਵੇਗੀ ਮਾਮ ਕਈ ਮੇਰੀ ਐਸ ਐਸੀ ਦੇ। ਭਾਵ ਅਤੇ ਵੀ ਮੈਨੂੰ ਉਹਨਾਂ ਦੀ ਖਬਰ ਨਹੀਂ ਹੋਵੇਗੀ ਇਹ ਹਰੀ ਸ਼ਿਵ ਜੀ। ਇਸ ਲਈ ਜਿਹੜਾ ਇਸ ਤਰ੍ਹਾਂ ਨਾਲ ਬਾਹਰਲੇ ਗਿਆਨ ਤੋਂ ਮੇਰੀ ਦੇਹ ਜਿਹੜੀ ਕਦੋਂ ਹੋਵੇਗੀ ਰਹਿਤ, ਤੇ ਮੈਂ ਨਿਰਵਕਲਪ ਸਮਾਧੀ ਯੋਗ ਨਿੰਦਰਾ ਵਿੱਚ ਕਦੋਂ ਜਿਹੜਾ ਹੋਵਾਂਗਾ ਵੀ ਆ ਕੇ ਮੈਨੂੰ ਕਰਨ ਖਾਰਸ਼ ਆਪਣੇ ਸਿੰਘਾਂ ਦੇ ਨਾਲ ਹਰਨ। ਕਬ ਸੰਘਰਸ਼ ਹੈ ਮਮਦੇ, ਕਦੋਂ ਸੰਘਰਸ਼ ਹੈ? ਕਈ ਖਾਰਸ਼ ਕਰਨਗੇ, ਖੁਰਕ ਕਰਨਗੇ ਮਮਦੇ ਮੇਰੀ ਦੇਹ ਦੇ ਨਾਲ। ਤੇ ਮੋਹੇ ਖਬਰ ਹੇ ਹਰ ਨਾ ਹੋਇਆ, ਹੇ ਹਰੀ ਸ਼ਿਵ ਜੀ, ਤੇ ਮੋਹੇ ਕਈ ਮੈਨੂੰ ਖਬਰ ਹੀ ਨਾ ਹੋਇਆ ਕੋਈ ਹੋਵੇਗੀ। ਕਬ ਹੋਇਆ ਮਾਮਾ ਐਸ ਦੇ, ਕਦੋਂ ਹੋਵੇਗੀ ਮੇਰੀ ਐਸੀ ਦੇ। ਜਦੋਂ ਮੈਨੂੰ ਖਬਰ ਹੀ ਨਾ ਹੋਊਗੀ ਤੇ ਆ ਕੇ ਸਿੰਘ ਦੇ ਨਾਲ ਖਾਰਸ਼ ਕਰਨਗੇ ਹਰਨ ਮੈਨੂੰ। ਇਹ ਗੱਲ ਕਹਿ ਰਹੇ ਆ, ਬੜੀ ਉੱਤਮ ਅਵਸਥਾ ਦੀ ਗੱਲ ਕਹਿ ਰਹੇ ਆ, ਸਮਾਧੀ ਦੀ ਗੱਲ ਕਰ ਰਹੇ ਆ। ਕਵੇਤ ਕਾਂਸੀ ਗੰਗਾ ਦੇ ਕਿਨਾਰੇ ਭਾਵਤੇ ਕਿਨਾਰੇ ਹੋਏ। ਕਾਂਸੀ ਜੋ ਹੈ ਉਹ ਕਾਂਸੀ ਨਗਰ ਦੇ ਵਿੱਚ ਗੰਗਾ ਨਦੀ ਦੇ ਕਿਨਾਰੇ ਭਾਵ ਦੇ ਕਿਨਾਰੇ ਹੋਏ। ਭਾਵ ਕੇ ਸੰਸਾਰ ਤੋਂ ਜਿਹੜਾ ਕਿਨਾਰੇ ਕੀ ਕਿਨਾਰੇ ਤੇ ਹੋਏਗੀ ਹੋ ਕੇ ਜਾਂ ਤਿਆਗੀ ਹੋ ਕੇ, ਤੇ ਕੇਵਲ ਕਦੋਂ ਬਸੋਂ ਬਸਨ ਕੋ ਪੀਨ ਇੱਕ ਤਾਰ ਕੇ, ਕਦੋਂ ਬਸੋਂ ਕੋਈ ਬਸਨ ਵਸਾਂਗਾ, ਵਸਣਾ ਕਰਾਂਗਾ। ਤੇ ਬਸਨ ਜਿਹੜਾ ਕੱਪੜਾ ਕੋ ਪੀਣ ਗਈ ਲੰਗੋਟੀ ਇੱਕੋ ਇੱਕ ਧਾਰ ਕਰਕੇ। ਭਾਵ ਦੇ ਕਿਨਾਰੇ ਹੋਏ, ਭਾਵਨਾ ਸੰਸਾਰ ਦਾ, ਸੰਸਾਰ ਤੋਂ ਕਿਨਾਰੇ ਹੋਏ ਕੇ ਹੋ ਕੇ ਸੰਸਾਰ ਤੋਂ ਕਿਨਾਰੇ ਕੇ ਤਿਆਗੀ ਹੋ ਕੇ, ਤੇ ਕਾਂਸੀ ਵਿੱਚ ਜਾ ਕੇ ਗੰਗਾ ਦੇ ਕਿਨਾਰੇ ਕਦੋਂ ਵਸਾਂਗਾ। ਤੇ ਬਸਣ ਕੇ ਜਿਹੜਾ ਕੱਪੜਾ ਕੋ ਪੀਣ ਆ ਆਪਣਾ ਲੰਗੋਟੀ ਇੱਕੋ ਇੱਕ ਧਾਰ ਕੇ ਕਦੋਂ ਵਸਾਂਗਾ। ਭਾਵੇਂ ਇਹੋ ਜਿਹਾ ਤਿਆਗੀ ਕਦੋਂ ਹੋਊਗਾ। ਦੋ ਹੱਥ ਜੋੜ ਕਰ ਨਾਏ ਮਾਤਨ ਮੋਹ ਕਰੋ ਮ੍ਰਿਦ। ਫਿਰ ਦੋਵੇਂ ਹੱਥ ਜੋੜ ਕਰਕੇ ਨਾਏ ਮਾਥਨ, ਮੱਥਾ ਜਿਹੜਾ ਨਾਏ ਕੇ ਨਵਾ ਕੇ, ਤੇ ਮੂੰਹ ਕਰੋ ਮ੍ਰਿਦ, ਮੂੰਹ ਕਹੀਏ, ਮੂੰਹ ਕਰੋ ਮੈਂ ਕਰਾਂਗਾ। ਮ੍ਰਿਦ ਕਹੀਏ, ਮ੍ਰਿਦ ਦਾ ਅਰਥ ਕੀ ਆ? ਮ੍ਰਿਦ ਦਾ ਅਰਥ ਕੋਮਲ, ਤੇ ਮੈਂ ਕਰਾਂਗਾ ਮ੍ਰਿਦ ਕਹੀਏ ਕੋਮਲ। ਬਾਣੀ ਸਾਥ ਰਟੋ, ਬਾਣੀ ਦੇ ਸਾਥ, ਬਾਣੀ ਦੇ ਨਾਲ ਰਟੋਗੇ, ਰਟਨ ਕਰਾਂਗਾ ਨਾਮ ਸਮਰਾਰ ਕੇ। ਨਾਮ ਜਿਹੜੇ ਸਮਰ
ਦੈਨ ਦਾ ਜੋ ਵੈਰੀ ਹੈ ਸ਼ਿਵ ਜੀ ਦੇ। ਦੋ ਹੱਥ ਜੋੜ ਕਰ, ਨਾਏ ਪਾਠ ਵੀ ਤੇ ਨਿਆਏ ਪਾਠ ਵੀ ਹੈਗਾ, ਪਰ ਨਾਏ ਪਾਠ ਸਮੌਖੇ ਹੈ, ਇਹੀ ਸਹੀ। ਦੋ ਹੱਥ ਜੋੜ ਕਰ ਨਾਏ ਮਾਥਨ, ਮਾਥਨ ਪਾਠ ਨਹੀਂ ਆ ਅਰਥ। ਦੋ ਹੱਥ ਜੋੜ ਕਰ ਨਾਏ ਮਾਥ ਨਮੋ ਕਰੋ, ਮ੍ਰਿਦ ਬਾਣੀ ਸਾਥ ਸਾਥ ਰਰੋ, ਬ੍ਰਿਦ ਬਾਣੀ ਸਾਥ ਰਟੋ, ਨਾਮ ਸਮਰਾਰ ਕੇ। ਨਮੋ ਦਾ ਅਰਥ ਨਮਸਕਾਰ ਕਰਾਂਗਾ, ਤੇ ਮ੍ਰਿਦ ਬਾਣੀ ਸਾਥ ਕੋਮਲ ਬਾਣੀ ਦੇ ਨਾਲ ਰਰੋ ਗਈ ਉਚਾਰਨ ਕਰਾਂਗਾ, ਨਾਮ ਸਮਰਾਰ ਕੇ। ਜਿਹੜੇ ਸਮਰ ਦੈਨ ਦਾ ਵੈਰੀ ਆ ਸ਼ਿਵ ਜੀ ਉਹਦੇ। ਮਤਲਬ ਇਹੋ ਜਿਹੇ ਦਿਨ ਮੇਰੇ ਕਦੋਂ ਆਉਣਗੇ। ਤੇ ਇੱਥੇ ਪਾਠਾਂ ਦੇ ਕੁਝ ਭੇਦ ਵੀ ਮਹਾਂਪੁਰਸ਼ਾਂ ਨੇ ਦੱਸਿਆ ਵੀ ਦੋ ਹੱਥ ਜੋੜ ਕਰ ਨਾਏ ਮਾਥ ਨਮੋ ਕਰੋ, ਮ੍ਰਿਦ ਵਿਸ਼ਰਾਮ ਲੈਣਾ ਉਹਦਾ, ਤੇ ਬਾਣੀ ਸਾਥ ਰਰੋ ਨਾਮ ਤ੍ਰਿਪੁਰਾਰ ਕੇ। ਤ੍ਰਿਪੁਰਾ ਜਿਹੜਾ ਦੈਂਤ ਦਾ ਵੈਰੀ ਹੈ ਉਹ ਕੀ ਸ਼ਿਵ ਜੀ ਹੈ। ਜਿੱਥੇ ਸਮਰਾਰ ਲਿਖਿਆ ਤ੍ਰਿਪੁਰਾ ਲਿਖਿਆ, ਤ੍ਰਿਪੁਰਾਰ ਕੇ, ਠੀਕ ਹੈ ਜੀ। ਤੇ ਸਮਰਾਰ ਦੀ ਥਾਂ ਤ੍ਰਿਪੁਰਾਰ ਕੇ, ਤੇ ਰਰੋ ਦੀ ਥਾਂ ਰਟੋ ਪਾਠ ਕਰ ਲੈਣਾ। ਬਾਕੀ ਸਾਰੇ ਉਹੀ ਆ। ਤੇ ਰਟੋ ਦਾ ਅਰਥ ਵੀ ਰਟਾਂਗਾ ਉਚਾਰਨ ਕਰਾਂਗਾ, ਤੇ ਰਟੋ ਦਾ ਅਰਥ ਵੀ ਉਚਾਰਨ ਕਰਾਂਗਾ। ਤੇ ਤ੍ਰਿਪੁਰ ਦਾ ਜੋ ਤ੍ਰਿਪੁਰ ਦੈਨ ਦਾ ਵੈਰੀ ਹੈ, ਤੇ ਸਮਰ ਜੋ ਸਮਰ ਦੈਨ ਦਾ ਹਰੀ ਕੇ ਵੈਰੀ ਹੈ ਉਹ ਕੀ ਸ਼ਿਵ ਜੀ ਹੀ ਹੈ। ਇਸ ਤਰ੍ਹਾਂ ਅਰਥ ਕਰ ਲੈਣਾ ਹੈ। ਦੋ ਹੱਥ ਜੋੜ ਕਰ ਨਾਏ ਮਾਥ ਨਮੋ ਕਰੋ ਬ੍ਰਿਧ, ਦੋਵੇਂ ਹੱਥ ਜੋੜ ਕੇ ਤੇ ਨਾਏ ਮਾਸ ਮੱਥਾ ਨਾਏ ਨਾਲ ਵਾ ਕੇ ਨਮੋ ਕਰੋ, ਨਮਸਕਾਰ ਕਰਾਂਗਾ। ਅਤੇ ਜੋ ਮ੍ਰਿਦ ਕੇ ਕੋਮਲ ਬਾਣੀ ਦੇ ਨਾਲ, ਮਿੱਠੀ ਬਾਣੀ ਦੇ ਨਾਲ ਰਟੋ ਗਏ ਰਟਨ ਕਰਾਂਗਾ। ਤੇ ਜੇ ਰਰੋਂ ਪਾਠ ਫਿਰ ਕਵੇ ਉਚਾਰਨ ਕਰਾਂਗੇ, ਇੱਕੋ ਗੱਲ ਹੀ ਹੈ। ਨਾਮ ਸਮਰਾਰ ਕੇ, ਨਾਮ ਜਿਹੜੇ ਆ ਸਮਰ ਦੈਨ ਦੇ ਵੈਰੀ ਸ਼ਿਵ ਜੀ ਦੇ, ਸਮਰ ਦੈਨ ਨਾਸ ਕਰਨ ਵਾਲੇ ਸ਼ਿਵ ਜੀ ਦੇ ਨਾਮ ਨੂੰ ਕੋਮਲ ਬਾਣੀ ਦੇ ਨਾਲ ਉਚਾਰਨ ਕਰਾਂਗਾ। ਇਹੋ ਜਿਹੇ ਦਿਨ ਮੇਰੇ ਕਦੋਂ ਆਉਣਗੇ। ਸਮਰਾਰ ਦੀ ਥਾਂ ਜਿਸ ਤ੍ਰਿਪੁਰਾਰ ਪਾਠ ਆ, ਫਿਰ ਭਾਵ ਜਿਹੜਾ ਤ੍ਰਿਪੁਰ ਦੈਨ ਦਾ ਵੈਰੀ ਆਰ ਨਾਮ ਵੈਰੀ ਦਾ ਹੁੰਦਾ। ਪਰ ਸਮਰਾਰ ਪਾਠ ਮੁੱਖਿਆ ਕਿਉਂਕਿ ਤ੍ਰਿਪੁਰਾਰੀ ਅੱਗੇ ਨਾਮ ਆ ਹੀ ਜਾਣਾ ਇਸੇ ਹੀ ਕਵਿਤ ਵਿੱਚ। ਭੋ ਪ੍ਰਭੂ ਭਾਵਨੀ ਵਾਰ ਸ਼ੰਕਰ ਤਰਨੇ ਤਾਹਨ, ਤੇ ਨਾਮ ਕੀ ਕਰਾਂਗਾ। ਭੋ ਹੇ ਪ੍ਰਭੂ ਕੀ ਹੈ ਪ੍ਰਭੂ, ਭਵਾਨੀ ਤੇ ਭਵਾਨੀ ਪਾਰਵਤੀ ਜੋ ਸੰਸਾਰ ਨੂੰ ਆਣ ਕੇ ਲੈ ਕੇ ਆਉਣ ਵਾਲੀ ਇੱਕ ਸ਼ਕਤੀ ਹੈ। ਹੇ ਪ੍ਰਭੂ, ਹੇ ਭਵਾਨੀ ਵਾਰ ਨਾ ਪਤੀ ਦਾ, ਹੇ ਭਵਾਨੀ ਪਾਰਵਤੀ ਦੇ ਵਰਗੇ ਪਤੀ। ਹੇ ਸ਼ੰਕਰ ਇਹ ਤਾਂ ਤਿੰਨ ਨੇਤਰਾਂ ਵਾਲੇ ਹਾਰ ਕਹੀਏ ਸ਼ਿਵ ਜੀ। ਤ੍ਰਿਪੁਰਾਰੀ ਤੇ ਹੇ ਤ੍ਰਿਪੁਰਾਰੀ, ਤ੍ਰਿਪੁਰ ਦੈਨ ਦੇ ਅਰੀ ਕੇ ਵੈਰੀ। ਚੰਦਰ ਧਾਰ, ਹੇ ਚੰਦਰ ਦਾ ਚੰਦਰਮਾ ਨੂੰ ਧਾਰ ਕੇ ਧਾਰਨ ਵਾਲੇ। ਭੋ ਸ਼ਬਦ ਦਾ ਅਰਥ ਸਾਰੇ ਲੱਗਣਾ, ਹੇ ਗਈ ਹੁਣ। ਚੰਦਰ ਧਾਰ, ਚੰਦਰਮਾ ਨੂੰ ਧਾਰ ਕੇ ਧਾਰਨ ਕਰਨ ਵਾਲੇ। ਤੇ ਹੇ ਭਾਵ ਕਹੀਏ ਭਾਵ ਨਾਮ ਸ਼ਿਵ ਜੀ ਦਾ ਹੀ ਹੈ। ਭਾਵ ਕਲਿਆਣ ਸਰੂਪ, ਤੇ ਭਾਵ ਹਾਰ ਕੇ। ਹੇ ਭਾਵ ਨਾਮ ਸੰਸਾਰ ਦਾ, ਤੇ ਸੰਸਾਰ ਨੂੰ ਧਾਰ ਕੇ ਨਾਸ ਕਰਨ ਵਾਲੇ। ਤੇ ਭਾਵ ਨਾਮ ਹੁੰਦਾ ਸੰਸਾਰ ਦਾ, ਤੇ ਭਾਵ ਨਾਮ ਹੀ ਹੁੰਦਾ ਵਾ ਡਰ ਦਾ। ਇਹ ਸੰਸਾਰ ਦੇ ਡਰ ਨੂੰ ਹਾਰ ਕੇ, ਹਾਰ ਕਰਨ ਵਾਲੇ, ਨਾਸ ਕਰਨ ਵਾਲੇ। ਇਸ ਤਰ੍ਹਾਂ ਦੇ ਨਾਮ ਜਪਦਿਆਂ ਹੋਇਆਂ ਤੇ ਮੈਂ ਆਪਣਾ ਸਮਾਂ ਬਤੀਤ ਕਰਾਂਗਾ। ਹੇ ਸ਼ਿਵ ਜੀ ਮਹਾਰਾਜ, ਇਹ ਦਿਨ ਜਿਹੜੇ ਨਿਆਰੇ ਆ ਕਦੋਂ ਕਹਿੰਦੇ ਮੇਰੇ ਉੱਪਰ ਆਉਣਗੇ। ਖੇਣ ਸਾਮ ਦੇਣ ਸਭ ਮੇਰੋ ਬੀਤ ਜਾਵੇ ਜਬ। ਵੀ ਇਸ ਤਰ੍ਹਾਂ ਦੇ ਨਾਮ ਜਪਦਿਆਂ ਹੀ ਜਿਹੜਾ ਦਿਨ ਆ ਉਹ ਖਿਣ, ਇੱਕ ਖਿਣ ਸਮੇਂ ਦੇ ਵਾਂਗ ਆਖਰੀ ਝਮੱਕੇ ਮਾਤਰ ਹੀ ਸਭ ਕੋਈ ਸਾਰਾ ਇਹ ਮੇਰਾ ਜਿਹੜਾ ਬੀਤ ਜਾਵੇ, ਲੰਘ ਜਾਵੇ। ਜਾਂ ਮੇਰੇ ਸਾਰੇ ਦਿਨ ਮੇਰੇ ਦਾ ਖਿਣ ਸਮੇਂ ਦੇ ਵਾਂਗ ਹੀ ਮੇਰੇ ਬੀਤ ਜਾਣ। ਜਬ ਕਿ ਜਦੋਂ ਮੇਰੇ ਸਾਰੇ ਐਸੇ ਦਿਨ ਸਾਰੇ ਬੀਤ ਜਾਣ ਬੜੀ ਛੇਤੀ ਨਾਲ। ਆਵੇ ਕਬ ਕਹੋ ਕਿਰਪਾ ਧਾਰ ਕੇ।
ਤੇ ਐਸੇ ਸ਼ਬਦ ਅਰਥ ਵਾਸਤੇ ਲਾਉਣਾ। ਐਸੇ ਆਹੇ ਆਵੇਂ ਕਬ ਕਹੋ ਕਿਰਪਾ ਤਾਰਕ। ਐਸੇ ਜਿਹੜੇ ਆ ਆਹ ਕਈ ਦਿਨ ਆ ਉਹ ਆਵੇਂ ਕਬ ਕਦੋਂ ਆਉਣਗੇ। ਕਹੋ ਜੀ ਆਪਣੀ ਕਿਰਪਾ ਕਰਕੇ, ਸ਼ਿਵ ਜੀ ਆਪਣੀ ਕਿਰਪਾ ਕਰਕੇ ਦੱਸੋ ਮੈਨੂੰ ਕਦੋਂ ਇਹੋ ਜਿਹੇ ਮੇਰੇ ਦਿਨ ਆਉਣਗੇ ਤੇ ਮੈਂ ਵੀ ਖੁਸ਼ੀ ਖੁਸ਼ੀ ਜਿਹੜਾ ਹੈ ਉਹ ਆਪਣਾ ਸਮਾਂ ਬਤੀਤ ਕਰਾਂਗਾ। ਸ਼ੰਕਰ ਛੰਦ ਕਬ ਦੇਹੋਂ ਮੈਂ ਰਥੀਨ ਸਰ ਬੰਸ ਜੋਰ ਕਰ ਕਰ ਦੇ। ਸ਼ੰਕਰ ਛੰਦ ਆ ਗਿਆ। ਕਬ ਕਹੀਏ ਕਦੋਂ ਮੈਂ, ਕਬ ਦੇਹੋ ਮੈਂ ਅਰਥੀਨ ਕੋ ਸਰਬੰਸ ਕਰ ਕਰ। ਦੋਏ ਪਾਠ ਆ, ਦੇ ਪਾਠ ਨਹੀਂ ਤੇ ਦੋਏ ਪਾਠ ਹੈ ਸਹੀ। ਕਦੋਂ ਮੈਂ ਦੋਹਾਂ ਹੱਥਾਂ ਨਾਲ ਦਰ ਦੇ ਮੰਗਤਿਆਂ ਨੂੰ ਆਪਣਾ ਸਰਬੰਸ ਵੰਡ ਦੇਵਾਂਗਾ। ਕਬ ਦੇਹੋਂ ਮੈਂ ਵੀ ਕਦੋਂ ਦੇਵਾਂਗਾ ਮੈਂ ਅਰਥੀਨ। ਅਰਥੀਨ ਜਿਹੜੇ ਹੁੰਦੇ ਮੰਗਤੇ ਆ, ਸਵਾਲੀਏ ਵਿਚਾਰੇ ਲੋੜਵੰਦ ਆ, ਤੇ ਉਹਨਾਂ ਕਦੋਂ ਦੇਵਾਂਗਾ ਮੈਂ ਅਰਥੀਨ ਨੂੰ ਸਰਬੰਸ ਜੋਰ ਕਰਕੇ ਹੱਥ ਜੋੜ ਕੇ ਕਰ ਦੋਏ ਜਿਹੜੇ ਦੋਵੇਂ ਹੱਥ ਜਿਹਾ ਦੋਏ ਪਾ ਦੋ ਦਸ ਦੋ ਤੇ ਕਰ ਦਸ ਦੋਵੇਂ ਹੱਥ ਜਿਹੜੇ ਜੋੜ ਕਰਕੇ ਸਰਬੰਸ ਮੈਂ ਕਦੋਂ ਦੇਵਾਂਗਾ ਅਰਥੀਨ ਕੇ ਮੰਗਤਿਆਂ ਦੇ ਵਿੱਚ। ਕਦੋਂ ਮੈਂ ਦੋਹਾਂ ਹੱਥਾਂ ਨਾਲ ਤੇ ਦੋਵੇਂ ਹੱਥ ਜੋੜ ਕਰਕੇ ਮੰਗਤਿਆਂ ਨੂੰ ਆਪਣਾ ਸਰਬੰਸ ਵੰਡ ਦੇਵਾਂਗਾ। ਇੰਨੇ ਭਾਵ ਮੈਂ ਉਦਾਰ ਸਖੀ ਕਦੋਂ ਹੋਊਂਗਾ। ਕਬ ਤਰਨ ਕਰਨਾ ਸਾਥ ਅੰਤ ਹੈ ਕਰਨ ਪੂਰਨ ਹੋਏ। ਤੇ ਨਵੀਂ ਤੋਂ ਨਵੀਂ ਕਰਨਾ ਨਾਲ ਮੇਰਾ ਅੰਤ ਸ਼ਿਕਨ ਕਦੋਂ ਭਰ ਜਾਵੇਗਾ। ਕਬ ਤਰਨ ਕਰਨਾ ਸਾਥ। ਤਰਨ ਨਾਮ ਹੁੰਦਾ ਨਵੀਂ ਦਾ, ਤਰਨ ਨਾਮ ਜਵਾਨੀ ਦਾ, ਜਵਾਨੀ ਨਵੀਂ ਹੁੰਦੀ ਨਾ, ਤਰਨ ਨਾਮ ਜਵਾਨ ਦਾ ਤੇ ਤਰਨ ਨਾਮ ਨਵੇਂ ਦਾ ਹੁੰਦਾ। ਵੀ ਕਦੋਂ ਇਹ ਨਵੀਂ ਕਰਨਾ ਸਾਥ ਦਇਆ ਦੇ ਸਾਥ ਕਰਨਾ ਨਾਲ ਜਿਹੜਾ ਅੰਤःਕਰਨ ਮੇਰਾ ਪੂਰਨ ਹੋਏਗਾ। ਕਦੋਂ ਹੋਏਗਾ ਆਪ ਕਦੋਂ ਭਰ ਜਾਊਗਾ ਮੇਰਾ ਮਨ ਜਿਹੜਾ ਨਵੀਂ ਤੋਂ ਨਵੀਂ ਦਇਆ ਨਾਲ। ਨਹੀਂ ਤੇ ਬਹੁਤਾ ਦੇ ਅੱਗ ਨਾਲ ਭਰਿਆ ਦਾ, ਹੰਕਾਰ ਗੁੱਸੇ ਨੇ ਭਰਿਆ ਦਾ। ਕਹਿੰਦੇ ਵੀ ਕਦੋਂ ਨਵੀਂ ਤੋਂ ਨਵੀਂ ਹਿਰਦੇ ਵਿੱਚ ਸਾਰੇ ਸਮੇਂ ਹੋਰ ਦੀ ਹੋਰ ਜਿਹੜੀ ਕਰਨਾ ਹੋਣੀ ਹੈ ਮੇਰੇ ਅੰਦਰ ਨਵੀਂ ਤੋਂ ਨਵੀਂ। ਕਿਰਪਾ ਕਰਕੇ ਮੇਰਾ ਅੰਤःਕਰਨ ਜਿਹੜਾ ਪੂਰਨ ਹੋਊਗਾ। ਭਾਵ ਕਬ ਤਰਨ ਕਰਨਾ ਸਾਥ ਅੰਤ ਸ਼ਕਰਨ ਪੂਰਨ ਹੋਏ ਜਾਂ ਅੰਤःਕਰਨ ਪੂਰਨ ਹੋਏ। ਕਦੋਂ ਜਦ ਤਰਨ ਕੇ ਨਵੀਂ ਤੋਂ ਨਵੀਂ ਜਿਹੜੀ ਕਰਨਾ ਸਾਥ ਦਇਆ ਦੇ ਸਾਥ ਕਿਰਪਾਲ ਨਾਲ ਅੰਤ ਸ਼ਕਰਨ ਮੇਰਾ ਪੂਰਨ ਹੋਏਗਾ। ਦੁਰ ਕਾਮ ਕੋ ਪ੍ਰਣਾਮ ਜੋਨੀ ਤੇਰੇ ਯੱਗ ਯਾਦ ਅਪਾਰ। ਦੋਹਰ ਦੁਸ਼ ਕਾਮ ਪਾਠ ਵੀ ਹੈ ਇੱਥੇ ਤੇ ਦੁਰ ਕਾਮ ਪਾਠ ਵੀ। ਅਰਥ ਕੀ ਬਣਦਾ ਦੁਰ ਕਾਮ ਬੁਰੇ ਕੰਮ, ਖੋਟੇ ਕੰਮ, ਬੁਰੇ ਕੰਮ, ਭੈੜੇ ਕੰਮ। ਦੁਸ਼ ਕਾਮ ਕੋ ਜਾਂ ਦੁਰਕਾਮ ਪਾਠ। ਪਹਿਲਾਂ ਦੁਸ਼ਕਾਮ ਪਾਠ, ਦੂਜਾ ਦੁਰਕਾਮ ਪਾਠ ਆ। ਹੁਣ ਸਮਝ ਲਓ ਇੱਕੋ ਅਰਥ ਇੱਕ ਹੀ ਹੈ। ਦੋਸ਼ ਕਾਮ ਕੋ ਪ੍ਰਣਾਮ ਜੋਨੀ ਤ੍ਰਿਯਗ ਗਦਾਦ ਅਪਾਰ। ਤ੍ਰਿਯਗ ਦਾਦ ਅਪਾਰ। ਪਾਠ ਆ ਤੱਤੇ ਸਾਰੀ ਰਾਹ ਜਈਆ ਤੇ ਦੱਦੇ ਕੰਨਾ ਦੱਦਾ। ਭਾਵ ਤ੍ਰਿਗਦਾਦ ਪਾਠ ਆ ਅਸਲ ਵਿੱਚ। ਤੇ ਕਿਉਂਕਿ ਤ੍ਰਿਗਦ ਜੂਨਾ ਦਾ ਵਾਚਕ ਆਉਂਦਾ ਨਾ, ਇਸ ਕਰਕੇ ਪਾਠ ਤੇ ਬਣੂਗਾ ਤ੍ਰਿਗਦਾਦ। ਬਾਕੀ ਇੱਥੇ ਪਤਾ ਕੀ ਲਿਖਿਆ ਤੱਤੇ ਸਿਹਾਰੀ ਪੈ ਚ ਰਾਹ ਤੇ ਗੱਗਾ ਤੇ ਦੱਦਾ ਦੱਦੇ ਕੰਨਾ ਦੱਦੀ ਸੇ ਤ੍ਰਿਗਦਾਦ। ਭਾਵ ਤ੍ਰਿਗਦ ਤੋਂ ਆਦ ਸੱਪ ਵਰਗੀਆਂ ਟੇਢੀਆਂ ਜੂਨੀਆਂ ਜਿਹੜੀਆਂ ਦੁਸ਼ ਕਰਮਾਂ ਦਾ ਜੋ ਪਰਿਣਾਮ ਹੈ, ਫਲ ਹੈ, ਬੁਰੇ ਕਰਮਾਂ ਦਾ ਜੋ ਫਲ ਹੈ,
ਉਹ ਕੀ ਤ੍ਰਿਗਦ, ਤ੍ਰਿਗਦ ਨਾਮ ਟੇਢੀਆਂ ਜੂਨਾਂ ਤੋਂ ਆਦ ਤ੍ਰਿਗਦਾਦ। ਆ ਜੋ ਸੱਪ ਵਰਗੀਆਂ ਆਦਿਕ ਟੇਢੀਆਂ ਜੂਨਾਂ ਆ, ਅਪਾਰ ਕਹੀਏ ਬੇਅੰਤ ਬੇਅੰਤੀ, ਜੋਨੀ ਕਹੀ ਜੂਨਾਂ ਟੇਢੀਆਂ ਇਤਿਆਦਿਕ ਬਹੁਤ ਜੂਨਾਂ, 84 ਲੱਖ ਜੂਨਾਂ ਅਪਾਰ ਬੇਅੰਤੀ। ਤੇ ਦੁੱਖ ਸੀਮਾ ਪੇਖ ਡਰੋ ਨਿਜ ਮੰਦ ਕਰਮ ਨਿਹਾਰ। ਕਹਿੰਦੇ ਮੈਂ ਆਪਣੇ ਨਿਜ ਮੰਦ ਕਰਮ ਨਿਹਾਰ, ਆਪਣੇ ਮੰਦ ਕਰਮਾਂ ਨੂੰ ਨਿਹਾਰ ਕੇ ਦੇ ਕੇ ਤੇ ਦੁੱਖ ਦੀ ਜਿਹੜੀ ਸੀਮਾ ਹੈ, ਉਹ ਮੰਦ ਕਰਮਾਂ ਦੀ ਜਿਹੜੀ ਹੱਦ ਆ, ਉਸ ਹੱਦ ਰੂਪ ਦੁੱਖ ਨੂੰ ਵੇਖ ਕੇ ਡਰੋਂ ਕੇ ਡਰਦਾ ਹਾਂ ਵੀ ਬਣ ਕੀ ਰਿਹਾ ਹੈ, ਕੀ ਕਰਾਂਗਾ ਮੈਂ। ਆ ਗਈ ਨਾ ਸਮਝ। ਤੇ ਦੁੱਖ ਸੀਮਾ ਇੱਕ ਡਰੋ ਨਿਜ ਮਦ ਕਰਮੈ ਹਾਰ। ਪਾ ਜੋ 84 ਲੱਖ ਜੂਨਾ ਬੇਅੰਤ ਹੈ ਨਾ, ਉਹਨਾਂ ਦੁਸ਼ਕਰਮਾਂ ਦਾ ਜੋ ਫਲ ਆ, ਉਹਨਾਂ ਕਰਮਾਂ ਦੇ ਫਲ ਦੀ ਜਿਹੜਾ ਦੁੱਖ ਦੀ ਸੀਮਾ ਹੱਦ ਆ, ਉਸ ਨੂੰ ਵੇਖ ਕੇ ਡਰੋਂਗੇ ਡਰਦਾ ਹਾਂ, ਕਿਉਂਕਿ ਨਿਜ ਮੰਦ ਕਰਮ ਨੇ ਹਾਰ। ਆਪਣੇ ਮੰਦ ਕਰਮਾਂ ਨੂੰ ਦੇਖ ਕੇ ਉਹਦੀ ਜਿਹੜੀ ਦੁੱਖ ਦੀ ਸੀਮਾ ਆ, ਉਹਨੂੰ ਵੇਖ ਕੇ ਡਰਦਾ ਤੇ ਆਪਣੇ ਕਰਮਾਂ ਨੂੰ ਵੇਖ ਕੇ ਡਰਦਾ। ਤੇ ਕਰਮਾਂ ਕਰਕੇ ਟੇਢੀਆਂ ਜੂਨਾਂ ਮਿਲਦੀਆਂ ਤੇ ਉਹਦਾ ਫਲ ਕਰਮਾਂ ਦਾ ਮੈਨੂੰ ਮੇਰਾ ਬਣਦਾ ਹੀ ਹੈ। ਡਰਦਾ ਵੀ ਬੜਾ ਭਿਆਨਕ, ਇਸ ਕਰਕੇ ਮੈਨੂੰ ਨੇਕੀ ਦੇ ਕਰਮ ਕਰਨੇ ਚਾਹੀਦੇ ਹੈ, ਮਨੁੱਖ ਨੂੰ ਨੇਕੀ ਦੇ ਕਰਮ ਕਰਨੇ ਚਾਹੀਦੇ ਹੈ, ਪਰ ਬੰਦਾ ਹਟਦਾ ਨਹੀਂ ਆ, ਆਪਣੀ ਮਰਜ਼ੀ ਕਰਦਾ। ਉਹਨਾਂ ਮੰਦ ਕਰਮਾਂ ਦੀ ਜਿਹੜੀ ਹੱਦ ਆ, ਉਹ ਹੱਦ ਦਾ ਦੁੱਖ ਦੇ ਕਰਕੇ ਕਹਿੰਦੇ ਮੈਂ ਡਰਦਾ, ਤੇ ਆਪਣੇ ਕਰਮ ਜਿਹੜੇ ਕੀਤੇ ਹੋਏ ਮੰਦ ਕਰਮ ਉਹਨਾਂ ਨੂੰ ਦੇਖ ਕੇ ਵੀ ਡਰਦਾ ਹਾਂ। ਜਿਸ ਪੁੰਨ ਬਨ ਮੈਂ ਸਰਦ ਹਿਮਕਾਰ ਕਿਰਨ ਪਰਨਤ ਚਾਰ। ਜਿਸ ਪੁੰਨ ਬਨ ਮੈਂ ਸਰਦ ਹਿਮਕਾਰ ਕਿਰਨ ਪਰਨਿਤ ਚਾਰ। ਜਿਸ ਪੁੰਨ ਬਨ ਗਈ ਪਵਿੱਤਰ ਬਨ ਦੇ ਵਿੱਚ, ਜੰਗਲ ਦੇ ਵਿੱਚ, ਪੁੰਨ ਦਾ ਅਰਥ ਪਵਿੱਤਰ ਹੁੰਦਾ। ਇਸ ਪਵਿੱਤਰ ਜੰਗਲ ਦੇ ਵਿੱਚ ਸਰਦ ਜਿਹੜੀ ਰੁੱਤ ਆ ਹਿਮਕੌਰ, ਸਰਦ ਰੁੱਤ ਕਿਹੜੀ ਆ? ਹਿਮਕਰ। ਤੇ ਉਹ ਹਿਮਕਰ ਰੁੱਤ 2 ਮਹੀਨੇ ਦੇ ਅੱਸੂ ਦੇ ਕੱਤੇ ਦਾ ਮਹੀਨਾ, ਉਹਨੂੰ ਸਰਦ ਰੁੱਤ ਕਹਿੰਦੇ, ਹਿਮਕਰ ਰੁੱਤ ਕਹਿੰਦੇ ਆ। ਠੀਕ ਹੈ ਜੀ। ਤੇ ਸਰਦ ਰੁੱਤ ਕਹਿੰਦੇ ਸੱਚ ਉਹਨੂੰ, ਹਿਮਕਰ ਰੁੱਤ ਵੱਖਰੀ। ਹਿਮਕਰ ਰੁੱਤ ਮਨ ਭਾਵ ਤੀ ਗੁਰਬਾਣੀ 'ਚ ਆਉਂਦਾ। ਤੇ ਸਰਦ ਰੁੱਤ ਵਿੱਚ 2 ਮਹੀਨੇ ਆਉਂਦੇ ਅੱਸੂ ਤੇ ਕੱਤੇ। ਵੀ ਜਿਸ ਪਵਿੱਤਰ ਜੰਗਲ ਦੇ ਵਿੱਚ ਸਰਦ ਰੁੱਤ ਦੇ ਜਿਹੜੇ ਹਿਮਕਰ ਕਹੀਏ, ਚੰਦਰਮਾ, ਹਿਮਕਰ ਨਾਮ ਚੰਦਰਮਾ ਦਾ, ਚੰਦਰਮਾ ਦੀਆਂ ਜਿਹੜੀਆਂ ਕਿਰਨਾਂ ਆ ਪਰਨਿਤ ਕਹੀਏ ਪੈਂਦੀਆਂ ਚਾਰ ਕੇ ਸੁੰਦਰ। ਪਾ ਜਿਸ ਪਵਿੱਤਰ ਬਾਣ ਵਿੱਚ ਸਰਦ ਰੁੱਤ ਤੇ ਚੰਦਰਮਾ ਦੀਆਂ ਸੁੰਦਰ ਕਿਰਨਾਂ ਪੈਂਦੀਆਂ। ਬਨ ਤਾਸ ਮੈਂ ਕਰ ਬਾਸ ਮੈਂ ਨਿਰਵੇਦ ਸਹਿਤ ਵਿਚਾਰ। ਤਾਸ ਕਹੀਏ ਉਸ ਬਨ ਕਹੀਏ ਜੰਗਲ, ਮੈਂ ਕਹੀ ਵਿੱਚ, ਉਸ ਜੰਗਲ ਦੇ ਵਿੱਚ ਘਰ ਬਾਸ ਵਾਸਾ ਕਰਕੇ। ਮੈਂ ਨਿਰਵੇਦ, ਮੈਂ ਨਿਰਵੇਦ ਕੀਏ ਵਿਰਾਗ ਜਾਂ ਗਿਆਨ, ਮੈਂ ਗਿਆਨ ਦੇ ਸਹਿਤ ਤੇ ਜਾਂ ਵਿਰਾਗ ਦੀ ਸਹਿਤ ਹੋ ਕੇ ਜਿਹੜੀ ਆਤਮ ਵਿਚਾਰ ਆ, ਜੀਵ ਦੀ ਵਿਚਾਰ ਆ, ਉਹ ਕਰਾਂ। ਮਹਾਰਾਜ ਉਹ ਦਿਨ ਕਦੋਂ ਆਉਣਗੇ? ਉਹੀ ਸਮਾਂ ਮੇਰੇ ਲਈ ਭਾਗਾਂ ਵਾਲਾ ਵਾ ਵੀ ਜਿਹੜਾ ਪਵਿੱਤਰ ਜੰਗਲ ਆ, ਜਿੱਥੇ ਸਰਦ ਰੁੱਤ ਹੋਵੇ ਤੇ ਚੰਦਰਮਾ ਦੀਆਂ ਕਿਰਨਾਂ ਸੁੰਦਰ ਸੁੰਦਰ ਪੈਂਦੀਆਂ ਹੋਣ, ਉਸ ਵਿੱਚ ਨਿਵਾਸ ਕਰਕੇ ਤੇ ਮੈਂ ਵਿਰਾਗ ਗਿਆਨ ਦੇ ਸਹਿਤ ਹੋ ਕੇ ਵਿਚਾਰ ਕਰਾਂ, ਆਤਮ ਵਿਚਾਰ ਕਰਾਂ। ਮਮ ਚਿੱਤ ਕੋ ਹਰ ਚਰਨ ਕੀ ਤਰ ਸਰਨ ਹੋਏ ਸਰਾਗ। ਤਰ ਦਾ ਅਰਥ ਇੱਥੇ ਲਾਇਆ ਵਾ ਵਿਦਵਾਨਾਂ ਨੇ ਅਤਿਸ਼ੈ ਕਰਕੇ। ਠੀਕ ਹੈ ਵੀ ਅਤਿਸ਼ੈ ਕਰਕੇ ਮਮ ਚਿੱਤ ਕੋ, ਮੇਰੇ ਚਿੱਤ ਨੂੰ ਹਰ ਜੋ ਸ਼ਿਵ ਜੀ ਆ, ਸ਼ਿਵ ਜੀ ਦੇ ਚਰਨਾਂ ਦੀ, ਸ਼ਿਵ ਜੀ ਦੇ ਚਰਨ ਆ, ਸ਼ਿਵ ਜੀ ਚਰਨ ਦੀ ਸ਼ਰਨ ਆ, ਤੇ ਉਹ ਸ਼ਰਨ ਦਾ ਸ਼ਰਨ ਆ ਸਰਾਗ ਕਹੀਏ, ਰਾਗ ਦੇ ਸਹਿਤ, ਪਾਪ ਪ੍ਰੇਮ ਦੇ ਸਹਿਤ ਪ੍ਰਾਪਤ ਹੋ ਜਾਵੇ। ਜਬ ਇਮ ਬਤਾਮੋ ਬਿਮਲ ਰਹਿਣਾ ਤਬੀ ਮੈਂ ਬੜ ਭਾਗ। ਤੇ ਜਬ ਕਹੀ ਜਦੋਂ, ਇਮ ਕਹੀਏ ਇਮ ਇਸ ਤਰ੍ਹਾਂ, ਇਮ ਕਹੀ ਦਾ ਅਰਥ ਇਸ ਤਰ੍ਹਾਂ, ਬਤਾਓ ਕਹੀਏ ਬਿਤਾਵਾਂਗਾ, ਜਦੋਂ ਇਸ ਤਰ੍ਹਾਂ ਬਿਤਾਵਾਂਗਾ ਨਾ, ਬਿਮਲ ਕੇ ਉਜਲ ਰਹਿਣਾ, ਉਜਲ ਰਾਤ, ਚਾਂਦਨੀ ਰਾਤ ਜਿਹੜੀ ਦੱਸੀ ਹੈ,
ਜਦੋਂ ਇਸ ਤਰ੍ਹਾਂ ਰਾਤ ਚਾਂਦਨੀ ਰਾਤ ਵਿਮਲ ਉਜਲ ਰਾਤ ਚਿੱਟੀ ਚਾਨਣੀ ਵਾਲੀ ਰਾਤ ਬਿਤਾਵਾਂਗਾ ਤभी ਮੈਂ ਵਡਭਾਗ, ਤਦੋਂ ਹੀ ਮੈਂ ਵਡਭਾਗੇ ਵੱਡਿਆਂ ਭਾਗਾਂ ਵਾਲਾ ਆਪਣੇ ਆਪ ਨੂੰ ਮੰਨਾਂਗਾ, ਤਦੋਂ ਹੀ ਮੈਂ ਵਡਭਾਗਾ ਹਾਂ। ਠੀਕ ਹੈ ਜੀ, ਸੌਖਾ ਹੀ ਕੋਈ ਰਾਗ ਨਹੀਂ। ਜਦ ਮੈਂ ਬਤਾਵਾਂ ਬਿਮਲ ਨੈਣਾ, ਜਦੋਂ ਇਵੇਂ ਮੈਂ ਬਤਾਵਾਂਗਾ ਬਿਮਲ ਉਜਲ ਰਾਤ ਤੇ ਚਾਂਦਨੀ ਰਾਤ ਮੇਰੀ ਕਹਿੰਦੇ ਬੀਤੇਗੀ, ਬਤਾਵਾਂਗਾ ਤਾਂ ਵੀ ਮੈਂ ਵਡਭਾਗ, ਤਦੋਂ ਹੀ ਮੈਂ ਵੱਡਿਆਂ ਭਾਗਾਂ ਵਾਲਾ ਆਪਣੇ ਆਪ ਨੂੰ ਜਾਣੂੰਗਾ। ਤੇ ਵੱਡਿਆਂ ਭਾਗਾਂ ਦੀ ਨਿਸ਼ਾਨੀ ਵੀ ਅਸਲ ਵਿੱਚ ਇਹੀ ਹੀ ਹੈ, ਕਿਉਂਕਿ ਫਿਰ ਸਮਝ ਲਓ ਤਿਆਗ ਦੀ ਅਵਸਥਾ ਮੇਰੀ ਹੋਊਗੀ ਤਾਂ ਹੀ ਜੰਗਲ 'ਚ ਜਾਵਾਂਗਾ ਨਾ, ਨਹੀਂ ਤਾਂ ਉਹਨਾਂ ਚਿਰ ਕਿੱਥੇ ਜਾਣਾ ਜੰਗਲ 'ਚ, ਜਿੰਨਾ ਚਿਰ ਮਹਿਲਾਂ ਦੇ ਸੁੱਖ ਮਾਣਨੇ ਚਾਹੁੰਦਾ। ਦੋਹਰਾ ਤਜ ਸੁਤੰਤਰ ਭਵ ਭੋਗ, ਕਬ ਲਖੋ ਨਿਜਾਤਮ ਆਪ, ਤਜ ਸੁਤੰਤਰ ਭਵ ਭੋਗ, ਸੁਤੰਤਰ ਸੰਸਾਰ ਦੇ ਜਿਹੜੇ ਭੋਗ ਆ ਤਜ ਕਹੀਏ ਛੱਡ ਕੇ ਤਿਆਗ ਕਰਕੇ, ਕਬ ਲਖੋ ਨਿਜਾਤਮ ਆਪ, ਤੇ ਕਦੋਂ ਲਖੋ ਕਹੀਏ ਜਾਣਾਂਗਾ ਸਮਝਾਂਗਾ ਨਿਜ ਆਤਮਾ, ਆਪਣੇ ਆਤਮਾ ਨੂੰ, ਆਪ ਕਹੀਏ ਆਪਣੇ ਨਿਜ ਕਹੀਏ ਆਪਣੇ ਆਤਮਾ ਨੂੰ, ਆਪਣੇ ਆਪ ਨੂੰ, ਆਪਣੇ ਆਪ ਨੂੰ ਨਿਜ ਆਤਮਾ ਅਰਥ ਨਿਜਾਤਮ ਆਪ, ਆਪ ਕਹੀਏ ਆਪ ਦਾ ਅਰਥ ਹੀ ਹੁੰਦਾ ਆਤਮਾ ਹੀ, ਆਪਣੇ ਆਤਮਾ ਨੂੰ ਆਪ ਜਦੋਂ ਆਤਮ ਸਰੂਪ ਨੂੰ ਜਾਣਾਂਗਾ, ਆਪਣੇ ਆਪ ਨੂੰ ਆਤਮ ਸਰੂਪ ਨੂੰ ਕਦੋਂ ਜਾਣਾਂਗਾ, ਜਿਹੜੇ ਸੁਤੰਤਰ ਭੋਗ ਆ ਸੰਸਾਰ ਦੇ ਇਹਨਾਂ ਨੂੰ ਛੱਡ ਕੇ, ਸੁਤੰਤਰ ਜਿਹੜੇ ਸੰਸਾਰ ਦੇ ਭੋਗ ਪ੍ਰਾਪਤ ਆ ਉਹਨਾਂ ਨੂੰ ਤਿਆਗ ਕਰਕੇ ਕਦੋਂ ਮੈਂ ਆਪਣੇ ਆਤਮ ਸਰੂਪ ਨੂੰ ਜਾਣੂੰਗਾ। ਦੇਹ ਵਿਖੇ ਸੰਦੇਹ ਬਿਨ, ਅਤੇ ਦੇਹ ਵਿਖੇ ਦੇਹ ਦੇ ਵਿੱਚ ਸੰਦੇਹ ਕਹੀਏ ਜਿਹੜਾ ਸਾਂ ਨਾਮ ਸੰਸੇ ਦਾ ਸੰਸਾ ਦੇਹ ਦਾ ਭਾਵ ਦੇਹ ਅਧਿਆਸ ਆ, ਉਹ ਦੇਹ ਅਧਿਆਸ ਤੋਂ ਬਿਨਾਂ ਹੋ ਕੇ ਵਿਚਰੋਂ ਤਬ ਨੇ ਪਾਪ, ਤੇ ਵਿਚਰਾਂਗਾ ਜਦੋਂ ਐਸਾ ਹੋਊਗਾ ਤਦੋਂ ਮੈਂ ਆਪਣੇ ਆਪ ਨੂੰ ਪੁੰਨ ਆਤਮਾ ਮੰਨੂਗਾ। ਠੀਕ ਨਹੀਂ, ਵੀ ਸੁਤੰਤਰ ਕੀ ਹੁੰਦਾ ਵਾ, ਜੈਸੀ ਆਪਣੀ ਇੱਛਾ ਹੋਵੇ ਤੇ ਉਹੋ ਜਿਹੇ ਭੋਗ ਦੀ ਪ੍ਰਾਪਤੀ ਜਿਹੜੀ ਹੋ ਜਾਣੀ ਸੁਤੰਤਰ ਕਹੀਦਾ। ਜਿਹੋ ਜਿਹੀ ਆਪਣੀ ਇੱਛਾ ਹੋਵੇ ਨਾ ਤੇ ਉਹ ਜਿਹੇ ਭੋਗ ਪ੍ਰਾਪਤ ਸੁਤੰਤਰ ਭੋਗ ਆ। ਜਿਹਦੇ ਸਾਡੀ ਇੱਛਾ ਸਾਨੂੰ ਪ੍ਰਾਪਤ ਨਹੀਂ ਹੁੰਦਾ ਪਤੰਤਰ ਭੋਗ ਆ, ਭਾਵ ਸਾਨੂੰ ਪ੍ਰਾਪਤ ਨਹੀਂ ਹੋ ਰਿਹਾ ਉਹਦੇ ਵਾਸਤੇ ਦੁਖੀ ਹੋ ਰਹੇ। ਜਿਹੜਾ ਸਾਨੂੰ ਪ੍ਰਾਪਤ ਹੋ ਰਿਹਾ ਸੁਤੰਤਰ ਭੋਗ ਆ। ਤੇ ਸੁਤੰਤਰ ਭੋਗਾਂ ਦੀ ਪ੍ਰਾਪਤੀ ਆ ਜਿਹੜੀ ਆ ਵੱਡੇ ਪੁੰਨਾਂ ਕਰਕੇ ਹੁੰਦੀ ਆ, ਕਿਉਂਕਿ ਹੁਣ ਆਪਣਾ ਜਿੰਨਾ ਪੁੰਨ ਕੀਤੇ ਵਾਧੂ ਮਾਇਆ ਜਿਹੜੀ ਇੱਛਾ ਕਰਦੇ ਉਹ ਚੀਜ਼ ਲੈ ਲੈਂਦੇ ਆ, ਤੇ ਵੱਡੇ ਪੁੰਨਾਂ ਕਰਕੇ ਪ੍ਰਾਪਤੀ ਹੁੰਦੀ ਸੁਤੰਤਰ ਭੋਗਾਂ ਦੀ। ਤੇ ਉਹਨਾਂ ਦਾ ਤਿਆਗ ਵੀ ਤੁਸੀਂ ਕਿਵੇਂ ਮੰਗਦੇ ਹੋ, ਤੇ ਉਤਰਿਆ ਵੀ ਜਿੰਨਾ ਪੁੰਨਾਂ ਕਰਕੇ ਭੋਗਾਂ ਦੀ ਪ੍ਰਾਪਤੀ ਹੁੰਦੀ, ਤੇ ਜਿਹੜੇ ਪੁੰਨ ਹੀ ਉਹ ਜਿਹੜੇ ਪੁੰਨ ਆ ਉਹ ਕੋਈ ਸਫਲੇ ਨਹੀਂ, ਉਹ ਪਾਪ ਰੂਪ ਹੀ ਆ, ਕਾਮਨਾ ਸਹਿਤ ਹੋਣੇ ਕਰਕੇ। ਠੀਕ ਹੈ ਜੀ, ਪੁੰਨਾਂ ਕਰਕੇ ਭੋਗਾਂ ਦੀ ਪ੍ਰਾਪਤੀ ਹੁੰਦੀ ਆ, ਤੇ ਉਹ ਪੁੰਨ ਕਾਹਨੂੰ ਕੀਤੇ ਆ, ਕਾਮਨਾ ਵਾਸਤੇ, ਕਾਮਨਾ ਸਹਿਤ ਹੋਣ ਕਰਕੇ ਵੀ ਆਹ ਕਰਾਂਗੇ ਪੁੰਨ ਤੇ ਆਹ ਮਿਲੂਗਾ, ਇਸ ਕਰਕੇ ਕਾਮਨਾ ਦੇ ਸਹਿਤ ਪੁੰਨ ਕੀਤੇ ਆ, ਤੇ ਉਹ ਦੁੱਖ ਰੂਪ ਹੀ ਆ, ਪਾਪ ਰੂਪ ਕਰ ਦਿੰਦੇ ਆ। ਜਦੋਂ ਭੋਗਾਂ ਦੀ ਪ੍ਰਾਪਤੀ ਹੋਣੀ ਫਿਰ ਪੁੰਨ ਪਾਪ ਤੇ ਹੋਣੇ ਹੋਣੇ, ਪੁੰਨ ਛੱਡ ਕੇ ਪਾਪ ਤੇ ਹੋਣੇ ਹੋਣੇ ਆ। ਇਸ ਕਰਕੇ ਦੇਹ ਵਿਖੇ ਸੰਦੇਹ ਬਿਨਾ, ਦੇਹ ਵਿਖੇ ਸੰਦੇਹ ਬਿਨਾ, ਇਹ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਸੰਦੇਹ ਕੇ ਸੰਸ਼ੇ ਤੋਂ ਬਿਨਾ, ਦੇਹ ਅਧਿਆਸ ਤੋਂ ਬਿਨਾ ਹੋ ਕੇ ਵਿਚਰੋਂ ਕਿ ਵਿਚਰਾਂਗਾ ਤਬ ਨੇ ਪਾਪ, ਤਦੋਂ ਹੀ ਮੈਂ ਕਹੀਏ ਬਿਨਾ ਪਾਪ ਕਹੀਏ ਪਾਪਾਂ ਨੂੰ, ਤਦੋਂ ਹੀ ਪਾਪਾਂ ਤੋਂ ਨਹੀਂ ਕਹੀਏ ਰਹਿਤ ਆਪਣੇ ਆਪ ਨੂੰ ਸਮਝਾਂਗਾ। ਨੇ ਭਾਵ ਦਾ ਅਰਥ ਹੁੰਦਾ ਪੁੰਨ ਸਰੂਪ ਵੀ। ਦੇਹ ਤੋਂ ਬਿਨਾਂ ਜਦੋਂ ਦੇਹ ਦੇ ਵਿੱਚ ਰਹਿੰਦਿਆਂ ਆ ਤੇ ਸੰਸਿਆਂ ਤੋਂ ਬਿਨਾਂ, ਦੇਹ ਇਤਿਹਾਸ ਤੋਂ ਬਿਨਾਂ ਵੀ ਇਹ ਦੇਹ ਮੇਰੀ ਨਹੀਂ, ਤੇ ਇਸ ਤਰ੍ਹਾਂ ਵਿਚਰਾਂਗਾ ਤਦੋਂ ਹੀ ਨੇ ਪੈ, ਤਦੋਂ ਹੀ ਪਾਪਾਂ ਤੋਂ ਬਿਨਾਂ ਹੋ ਸਕਦਾ। ਜਿੰਨਾ ਚਿਰ ਸੋਚਦਾ ਵੀ ਮੈਂ ਦੇਹ ਹਾਂ ਉਹਨਾਂ ਚਿਰ ਤੇ ਪਾਪ ਹੈ ਹੀ ਹੈ, ਕਿਉਂਕਿ ਜਿੰਨਾ ਚਿਰ ਮੈਂ ਸਮਝਦਾ ਦੇਹ ਹਾਂ
ਤੇ ਉਹਨਾਂ ਚਿਰ ਅਸੀਂ ਆਪਾਂ ਕਰਮ ਨਿਸ਼ਕਾਮ ਕਰਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਤੇ ਉਸ ਕਰਕੇ ਫਿਰ ਆਪਾਂ ਜਦੋਂ ਪੁੰਨ ਕੀਤਾ, ਕੋਈ ਕਰਮ ਕੀਤਾ, ਫਿਰ ਪੁੰਨ ਪਾਪ ਦੇ ਉਸੇ ਸੁਭਾਵ ਹੀ ਹੋ ਜਾਂਦੇ। ਜਦੋਂ ਜਦੋਂ ਦੇਹ ਨੂੰ ਸਮਝ ਲਿਆ ਵੀ ਮੈਂ ਦੇਹ ਹਾਂ, ਤੇ ਦੇਹ ਦੇ ਵਿੱਚ ਤੇ ਫਿਰ ਕੋਈ ਕਰਮ ਹੈ ਹੀ ਆ, ਆਤਮਾ ਵਿੱਚ ਕੋਈ ਕਰਮ ਨਹੀਂ, ਕਿਉਂਕਿ ਆਤਮਾ ਅੱਗੇ ਰਿਹਾ ਹੈ। ਇਸ ਕਰਕੇ ਤਜ ਸੁਤੰਤਰ ਭਉ ਭੋਗ, ਜਿਹੜੇ ਸੁਤੰਤਰ ਸੰਸਾਰ ਦੇ ਭੋਗਨ ਨੂੰ ਛੱਡ ਕੇ ਕਬ ਲਖੋ ਨਿਜ ਆਤਮ ਆਪ, ਆਪਣੇ ਨਿਜ ਆਤਮਾ ਨੂੰ ਆਪਣੇ ਆਤਮਾ ਨੂੰ ਲਖੋ ਜਾਣਾਗਾ ਕਦੋਂ, ਦੇਹ ਵਿੱਚ ਸੰਸੇ ਤੋਂ ਬਿਨਾਂ ਹੋਇਆ ਵਿਚਰਾਂਗਾ, ਤੇ ਤਦੋਂ ਹੀ ਕਹਿੰਦੇ ਮੈਂ ਨੇਹ ਪਾਪ, ਆਪਣੇ ਆਪ ਨੂੰ ਪਾਪਾਂ ਤੋਂ ਨੇਹ ਕੇ ਰਹਿ ਸਮਝਾਂਗਾ ਤੇ ਆਪਣੇ ਨੂੰ ਪੁੰਨ ਸਰੂਪ ਸਮਝਾਂਗਾ। ਸੋ ਅੱਜ ਇੱਥੇ ਸਮਾਪਤੀ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਦੋਹਰਾ ਤਜ ਸੁਤੰਤਰ ਭਉ ਭੋਗ, ਕਬ ਲਖੋ ਨਿਜ ਆਤਮ ਆਪ, ਜੇ ਵਿਖੇ ਸੰਦੇਹ ਬਿਨ ਵਿਚਰੋ ਤਬ ਨਹਿ ਪਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।